ਜੀਤ ਸਿੰਘ ਸੰਧੂ ਦਾ ਨਾਵਲ ਜੰਗ ਇਉਂ ਵੀ ਦਾ ਤੀਸਰਾ ਅੰਕ। ਟੇਕ ਆਪਣੇ ਮੋਬਾਈਲ ਨਾਲ ਖੇਡ ਰਿਹਾ ਸੀ ਜਦ ਹਰਜੀਤ ਨੇ ਆਖਿਆ ਸੀ, ਕਾਕਾ ਜੇ ਨਹੀਂ ਅੱਗੇ ਪੜ੍ਹਨਾ ਤਾਂ ਕੋਈ ਕੰਮਕਾਰ ਹੀ ਭਾਲ ਲੈਂਦਾ। ਘਰ ਬੈਠਿਆਂ ਕੀ ਬਣੂ। ਹਰਜੀਤ ਘਰ ਦੀ ਹਾਲਤ ਵੇਖ ਵੇਖ ਝੁਰਦੀ ਰਹਿੰਦੀ ਸੀ। ਉਹ ਜ਼ਮੀਨ ਠੇਕੇ ਉੱਤੇ ਦੇ ਕੇ ਪਛਤਾ ਵੀ ਰਹੀ ਸੀ। ਖੇਤੀ ਦੇ ਸੰਦ ਮੰਗਣ ਵਾਲਿਆਂ ਬਿਲੇ ਲਾਤੇ ਸੀ। ਉਹ ਸੋਚਦੀ, ਜੇ ਟੇਕ ਖੇਤੀ ਕਰ ਲੈਂਦਾ ਸੰਦ ਤਾਂ ਨਾ ਖੇ ਖਰਾਬ ਹੁੰਦੇ। ਗੱਭਰੂ ਪੁੱਤ ਵਿਹਲਾ ਫਿਰਦਾ ਵੇਖ ਹੌਲ ਉੱਠਣੇ ਕੁਦਰਤੀ ਸੀ। ਬੇਜੀ ਮੈਂ ਤਾਂ ਬਾਹਰ ਦਾ ਵੇਖਣਾ, ਪਾਸਪੋਰਟ ਅੱਜ ਭਲਕੇ ਆ ਜੂ, ਆਪਾਂ ਰੁਪਈਆਂ ਦਾ ਭੰਨ ਘੜ ਕਰੀਏ। ਟੇਕ ਨੇ ਆਖਿਆ ਸੀ। ਜੋ ਰੱਟ ਅਮਰ ਸਿਉਂ ਦੇ ਜਿਉਂਦਿਆਂ ਲਾਈ ਸੀ ਉਤੇ ਹੀ ਫੇਰ ਅੜ ਗਿਆ ਸੀ। ਨਾ ਕਤਈ ਨਹੀਂ, ਨਾ ਤਾਂ ਆਪਣੇ ਕੋਲ ਏਜੰਟਾਂ ਦੇ ਘਰ ਭਰਨ ਨੂੰ ਪੈਸੇ ਆ, ਨਾ ਹੀ ਕੋਈ ਇਹੋ ਜਿਹਾ ਰਿਸ਼ਤੇਦਾਰ ਆ ਜਿਹੜਾ ਤੇਰੀ ਬਾਂਹ ਫੜ ਲਵੇ ਅਤੇ ਪੈਸਿਆਂ ਦਾ ਬਾਅਦ 'ਚ ਹੁੰਦਾ ਰਹੇ। ਨਾ ਹੀ ਤੈਨੂੰ ਘੱਲ ਕੇ ਅੰਦਰੋਂ ਖੁਸ਼ ਹਾਂ। ਕੁੜੀ ਘਰੇ ਅਜੇ ਵਿਆਹੁਣ ਵਾਲੀ ਆ। ਤੇਰਾ ਪਿਓ ਹੁੰਦਾ ਫਿਰ ਵੀ ਹੋਰ ਗੱਲ ਸੀ। ਮੈਂ ਹੁਣ ਤੁਹਾਡੇ ਗੋਡੇ ਮੁੱਢ ਬੈਠਿਆ ਰਿਹਾ ਕਰੂੰ। ਲੋਕੀ 4-4 ਮੰਜ਼ਲੀਆਂ ਕੁੱਠੀਆਂ ਪਾਈ ਜਾਂਦੇ ਆ ਬਾਹਰਲੇ ਪੈਸੇ ਨਾਲ। ਸਾਡਾ ਉਹ ਖੋਲਾ ਹੀ ਰਹਿ ਜਾਣਾ। ਨਾਲੇ ਬਾਹਰ ਦੀ ਤਾਂ ਦੁਨੀਆ ਹੀ ਹੋਰ ਆ। ਮੈਨੂੰ ਨਹੀਂ ਪਤਾ। ਮਾਮੇ ਦਾ ਮੁੰਡਾ ਬੱਬੀ ਕਹਿੰਦਾ ਸੀ ਤੂੰ ਨਵਾਂ ਬਣਾ, ਮੈਂ ਮਹੀਨੇ ਦੇ ਵਿੱਚ ਕਨੇਡਾ ਵੜਦਾ ਕਰ ਦੂੰ। ਹੋਰ ਦੱਸ, ਉਹਦਾ ਉੱਧਰ ਪਤਾ ਕਿੰਨਾ ਕੰਮ ਆ। 6 ਮਹੀਨੇ ਉੱਧਰ ਲਾ ਕੇ 2 ਮਹੀਨੇ ਇੱਧਰ ਲਾ ਜਾਂਦਾ ਹੈ। ਕਿਆ ਪਰਸਨੈਲਿਟੀ ਆ। ਤੂੰ ਕਾਕਾ ਉੜਦੀਆਂ ਮਗਰ ਨਾ ਲੱਗ। ਮੈਂ ਭੁੱਲੀ ਨਹੀਂ ਬੱਬੀ ਕਿਆਂ ਨੂੰ। ਉਸ ਘਰ ਦੀ ਜੰਮੀ ਆ ਮੈਂ। ਡੱਡੀਏ ਤੇਰੇ ਪਿਓ ਦੇ ਭੋਗ ਤੋਂ ਮਗਰੋਂ ਬੱਤੀ ਨਹੀਂ ਵਾਹੀ ਕਿਸੇ ਨੇ। ਥਾਂ ਥਾਂ ਠੱਗੀਆਂ ਵੱਜੀ ਜਾਂਦੀਆਂ। ਤੂੰ ਕਿਹੜਾ ਖਬਰਾਂ ਪੜ੍ਹਦਾ ਸੁਣਦਾ ਨਹੀਂ। ਤੈਨੂੰ ਕੀ ਸਮਝਾਵਾਂ ਹੁਣ। ਨਾ ਮੈਂ ਜੇ ਰੇਲ ਥੱਲੇ ਸਿਰ ਦੇ ਤਾਂ ਫਿਰ ਪਿੱਟੀ ਜਾਈ ਬਹਿ ਕੇ। ਵੇ ਡੁੱਬੜਿਆ ਇਹ ਕੀ ਕੱਢ ਮਾਰੀ। ਅਜੇ ਤਾਂ ਤੇਰੇ ਪਿਓ ਦਾ ਸਿਵਾ ਠੰਡਾ ਨਹੀਂ ਹੋਇਆ, ਤੂੰ ਵੀ ਉਸ ਰਾਹੀ ਤੁਰਨ ਨੂੰ ਆਖਤਾ। ਇਸ ਨਾਲੋਂ ਤਾਂ ਸਾਰਾ ਟੱਬਰ ਇੱਕੋ ਵਾਰੀ ਜ਼ਹਿਰ ਖਾ ਲੈਂਦੇ ਆ। ਅੱਜ ਤੂੰ ਆਖਤਾ, ਕੱਲ੍ਹ ਨੂੰ ਤੀਰਥੋਂ ਆਖੂ, ਫਿਰ ਮੈਂ ਹੀ ਰਹਿ ਗਈ ਤੁਹਾਨੂੰ ਪਿੱਟਣ ਨੂੰ। ਖਬਰੇ ਆਪਣੇ ਘਰੇ ਕੀ ਪ੍ਰੇਤ ਵੱਸ ਗਿਆ। ਹਰਜੀਤ ਦਾ ਅੰਦਰ ਹਿੱਲ ਗਿਆ। ਆਪਾਂ ਜ਼ਮੀਨ ਵੇਚਣ ਦੀ ਗੱਲ ਕਰੀਏ ਕਿਸੇ ਨਾਲ। ਮੈਂ ਇੱਥੇ ਡੱਕਾ ਨਹੀਂ ਤੋੜਨਾ। ਮੈਂ ਤੈਨੂੰ ਆਖਤਾ ਜਾਣਾ ਤਾਂ ਬਾਹਰ ਹੀ ਜਾਣਾ, ਉਹ ਵੀ ਕਨੇਡਾ। ਟੇਕ ਆਪਣੀ ਬੇਜੀ ਦੀ ਕੋਈ ਗੱਲ ਮੰਨਣ ਲਈ ਤਿਆਰ ਨਹੀਂ ਸੀ। ਸਾਰੀ ਜ਼ਮੀਨ ਵੇਚ ਕੇ ਵੀ ਕਨੇਡਾ ਨਾ ਜਾ ਹੋਇਆ ਤਾਂ ਫਿਰ ਕੀ ਬਣੂ। ਕਦੀ ਸੋਚਿਆ? ਵਾਰਿਸ ਸ਼ਾਹ ਨਾ ਮੁੜਾ ਰੰਝੇ ਟਿੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆ ਜਾਏ। ਤੇਰੀ ਤਾਂ ਉਹ ਗੱਲ ਆ। ਮਾਂ ਮੇਰੀਏ ਲੱਖਾਂ ਰੁਪਈਆ ਮਹੀਨਾ ਤਨਖਾਹ ਹੋ, ਭਾਵੇਂ ਸਾਰੇ ਪਿੰਡ ਦੀ ਜ਼ਮੀਨ ਖਰੀਦਦੀ ਫਿਰੀ, ਕੇਰਾਂ ਤਾਂ ਕੌੜਾ ਅੱਕ ਚੱਬਣਾ ਹੀ ਪੈਣਾ। ਬਹੁਤ ਵੱਡਾ ਰਿਸਕ ਆ ਡੱਡੀਏ। ਨਾਲੇ ਪਹਿਲਾਂ ਤੀਰਥੋ ਦੇ ਵਿਆਹ ਬਾਰੇ ਸੋਚੀਏ। ਜਦੋਂ ਜ਼ਮੀਨ ਹੀ ਵੇਚਣੀ ਆ ਤੀਰਥੋ ਦਾ ਵਿਆਹ ਵੀ ਕਰਾਂਗੀ। ਤੂੰ ਕਿਸੇ ਨੂੰ ਆਖ ਵੇਖ ਥਾਂ ਭਾਲ, ਮੈਂ ਜ਼ਮੀਨ ਦਾ ਸੌਦਾ ਮਾਰਦਾ ਕਿਸੇ ਨਾਲ। ਤੂੰ ਕਾਹਲੀਆਂ ਨਾ ਕਰ ਡੱਡੀਏ, ਪਿੱਛੋਂ ਵੇਲਾ ਹੱਥ ਨਹੀਂ ਆਉਂਦਾ। ਉਹ ਜੇ ਮੈਂ ਹੀ ਨਾ ਰਿਹਾ ਬੈਠੀ ਰੋਈ ਜਾਈ ਵੇਲੇ ਨੂੰ। ਆਖ ਟੇਕ ਬਾਹਰ ਨੂੰ ਤੁਰ ਗਿਆ। ਤੀਰਥੋ ਚੁੱਪ ਕਰਕੇ ਸਾਰੀਆਂ ਗੱਲਾਂ ਸੁਣੀ ਗਈ। ਟੇਕ ਨੂੰ ਬਾਹਰ ਜਾਣ ਦੀ ਕਾਹਲੀ ਸੀ, ਬੇਜੀ ਨੂੰ ਉਹਦੇ ਵਿਆਹ ਦੀ ਕਾਹਲੀ ਸੀ। ਸਭ ਨੂੰ ਆਪੋ ਆਪਣੀ ਪਈ ਸੀ, ਪਰ ਉਹਦੀ ਕੋਈ ਪੁੱਛ ਨਹੀਂ ਸੀ ਰਿਹਾ। ਪਰ ਫਿਰ ਉਹ ਸੋਚਿਆ, ਜੇ ਤਾਂ ਕੁੜੀਆਂ ਦੇ ਹੱਕ ਕਿਤਾਬਾਂ ਤੱਕ ਹੀ ਸੀਮਤ ਹੈ, ਇਹਨਾਂ ਹੱਕਾਂ ਦੀਆਂ ਗੱਲਾਂ ਕਰਨ ਵੇਲੇ ਹੀ ਸੋਹਣੀਆਂ ਲੱਗਦੀਆਂ, ਪਰ ਅਸਲੀਅਤ ਤਾਂ ਕੁਝ ਹੋਰ ਆ। ਕੁੜੀਆਂ ਤਾਂ ਅਜੇ ਵੀ ਚਿੜੀਆਂ ਹੈ। ਧੀਆਂ ਧਿਆਣੀਆਂ ਬਗਾਨਾ ਧਨ, ਸਭ ਦਾਨਾਂ 'ਚੋਂ ਵੱਡਾ ਕੰਨਿਆਦਾਨ। ਕੁੜੀਆਂ ਨਾ ਹੋ ਕੇ ਕੋਈ ਨਿਰਜਿੰਦ ਵਸਤੂ ਹੋ ਗਈਆਂ ਜਿਹਦੀ ਕੋਈ ਆਪਣੀ ਮਰਜ਼ੀ ਨਹੀਂ। ਤੀਰਥੋ ਕਿੰਨਾ ਚਿਰ ਸੋਚੀ ਗਈ ਸੀ। ਹਰਜੀਤ ਦੀ ਕੋਈ ਪੇਸ਼ ਨਾ ਗਈ। ਹਿਸਾਬ ਕਿਤਾਬ ਲਾ ਕੇ ਵੇਖਿਆ, ਕਨੇਡਾ ਜਾਣ ਲਈ ਸਾਰੀ ਜ਼ਮੀਨ ਵੇਚਿਆਂ ਰਕਮ ਇਕੱਠੀ ਹੁੰਦੀ ਸੀ। ਤਾਇਆ ਜੀ, ਤੁਸੀਂ ਸਾਡੀ ਜ਼ਮੀਨ ਦਾ ਸੌਦਾ ਕਰਾਓ ਕਿਸੇ ਨਾਲ। ਮੈਂ ਨਹੀਂ ਚਾਹੁੰਦੀ ਉਹਦੇ ਅਮਰ ਵਾਂਗ ਟੇਕ ਨੂੰ ਵੀ ਕੋਈ ਖੂਹ ਖਾਤਾ ਨਿਕਲ ਜਾਏ। ਇੱਕ ਦਿਨ ਹਰਜੀਤ ਨੇ ਨੱਥਾ ਸਿਉਂ ਨੂੰ ਆਖਿਆ। ਨੱਥਾ ਸਿਉਂ ਰਿਸ਼ਤੇ ਪੱਖੋਂ ਭਾਵੇਂ ਹਰਜੀਤ ਦੇ ਜੇਠਾਂ ਦੀ ਥਾਂ ਲੱਗਦਾ ਸੀ, ਪਰ ਉਹ ਤਾਂ ਜਿਵੇਂ ਜਗਤ ਤਾਇਆ ਸੀ। ਕੀ ਵੱਡਾ ਕੀ ਛੋਟਾ ਸਾਰੇ ਤਾਇਆ ਹੀ ਆਖਦੇ ਸੀ। ਕਨੇਡਾ ਵਾਲਿਆਂ ਨੂੰ ਅੱਗੇ ਤੁਸੀਂ ਲਿਖਾਈ ਤਾਂ ਬੈਠੇ ਆ, ਉਹਨਾਂ ਨਾਲ ਹੀ ਗੱਲ ਕਰ ਲੈਂਦੇ ਆ। ਪੁੱਛ ਲੈਣਾ ਰਾਣੇ ਨੂੰ ਮੈਂ। ਪਰ ਮੈਂ ਤਾਂ ਕਹਿੰਦਾ ਭਾਈ 2-4 ਕਨਾਲਾਂ ਹੋਰ ਦੇ ਕੇ ਕੁੜੀ ਬਾਹਰੋਂ ਠਾ। ਟੇਕ ਨੂੰ ਆਖੋ ਕਨੇਡਾ ਦਾ ਖਿਆਲ ਛੱਡੇ। ਨੱਥਾ ਸਿਉਂ ਨੇ ਆਖਿਆ। ਨਹੀਂ ਤਾਇਆ ਜੀ, ਉਹ ਨਹੀਂ ਹੁਣ ਮੋੜਿਆ ਮੁੜਦਾ। ਜ਼ਮੀਨ ਸਾਡੇ ਤਿੰਨਾਂ ਦੇ ਨਾਂ ਹੈ। ਜਿਵੇਂ ਤੈਨੂੰ ਚੰਗਾ ਲੱਗਦਾ ਹੈ ਕਰਵਾ ਦੇ। ਰਾਣੇ ਕਨੇਡੀਅਨ ਕਿਆਂ ਨੂੰ ਗਹਿਣੇ ਲਿਖਵਾਉਣ ਤੋਂ ਪਹਿਲਾਂ ਇੰਤਕਾਲ ਉਹ ਕਰਵਾ ਚੁੱਕੇ ਸੀ। ਸੌਦਾ ਤਾਂ ਹੋ ਹੀ ਜਾਣਾ ਜਦੋਂ ਤੁਸੀਂ ਸਕੀਮ ਹੀ ਬਣਾਈ ਬੈਠੇ ਆ। ਪਰ ਤੂੰ ਇਉਂ ਕਰ, ਜਿਹੜੀ ਜ਼ਮੀਨ ਤੀਰਥੋ ਅਤੇ ਟੇਕ ਦੇ ਨਾਂ ਹੈ ਉਹ ਵੇਚ ਦਿਓ। ਕੁੜੀ ਨੇ ਆਪਦੇ ਘਰੇ ਤੁਰ ਜਾਣਾ,
ਕੱਲ੍ਹ ਕਲੂਤਰ ਨੂੰ ਫਿਰ ਕੌਣ ਛੱਡਦਾ ਹੈ ਜ਼ਮੀਨ ਅੱਜ ਕੱਲ੍ਹ। ਬਾਹਰ ਟੇਕ ਨੇ ਜਾਣਾ ਹੈ, ਉਹਦਾ ਹਿੱਸਾ ਵੀ ਵਿਕੇ, ਤੂੰ ਆਪਦੇ ਵਾਲਾ ਰੱਖ ਛੱਡ। ਜੇ ਟੇਕਾ ਕੱਲ੍ਹ ਕਲੂਤਰ ਨੂੰ ਲੱਤ ਚੱਕ ਗਿਆ, ਰੋਟੀ ਤਾਂ ਖਾਂਦੀ ਰਹਿ ਜਾਏਗੀ ਬੁੜੀ ਧੰਨੂ ਵਾਂਗੂ। ਨੱਥਾ ਸਿਉਂ ਨੇ ਆਖਿਆ। ਉਹ ਦੂਰ ਦੀ ਸੋਚਣ ਵਾਲਾ ਬੰਦਾ ਸੀ। ਨੱਥਾ ਸਿਉਂ ਦੀ ਪਿੰਡ 'ਚ ਪੂਰੀ ਪੁੱਛ ਦੱਸ ਸੀ। ਘਰੋਂ ਵੀ ਸੌਖਾ ਸੀ, ਪਰ ਉਹ ਵੀ ਆਪਣੇ ਪੋਤਰੇ ਹੱਥੋਂ ਕਾਫੀ ਦੁਖੀ ਸੀ। ਉਹਦਾ ਮੁੰਡਾ ਗੁਰਨੇਕ ਜਿੰਨਾ ਭਲਾ ਮਾਨਸ ਸੀ, ਗੁਰਨੇਕ ਦਾ ਮੁੰਡਾ ਓਨਾ ਹੀ ਖਰਾਬ ਸੀ। ਉਹਦਾ ਵਿਆਹ ਕੀਤਾ ਸੀ, ਖਬਰੇ ਸੁਧਰ ਹੀ ਜਾਏ, ਪਰ ਉਹਨੂੰ ਸੁਧਾਰਨ ਦੀ ਬਜਾਏ ਬਗਾਨੀ ਧੀ ਕੜਕੀ 'ਚ ਲਿਆ ਫਸਾਈ ਸੀ। ਜਿਵੇਂ ਤੁਹਾਨੂੰ ਚੰਗਾ ਲੱਗਦਾ ਤਾਇਆ ਜੀ ਉਵੇਂ ਕਰਵਾ ਦਿਓ। ਜੇ ਤੁਸੀਂ ਸੌਦਾ ਮਾਰ ਸਕਦੇ ਹਾਂ ਤਾਂ ਤੁਸੀਂ ਮਾਰ ਲਓ, ਹਰਜੀਤ ਨੇ ਆਖਿਆ। ਉਹ ਜਾਣਦੀ ਸੀ ਨੱਥਾ ਸਿਉਂ ਕੋਲ ਪੈਸਾ ਸੀ, ਜ਼ਮੀਨ ਖਰੀਦ ਸਕਦਾ ਸੀ। ਨਹੀਂ ਧੀਏ, ਹਾਂ ਕਨੇਡੀਅਨਾਂ ਨਾਲ ਸੌਦਾ ਕਰਵਾ ਦੂੰ। ਆਖ ਉਹ ਤੁਰ ਗਿਆ ਸੀ ਤੇ ਉਹਨੇ ਕਨੇਡਾ ਵਾਲਿਆਂ ਨਾਲ ਗੱਲ ਚਲਾ ਲਈ ਸੀ। ਹਰਜੀਤ ਨੂੰ ਅਜੇ ਵੀ ਕੁਛ ਆਸ ਬਾਕੀ ਸੀ, ਤਾਂ ਹੀ ਫਿਰ ਟੇਕ ਨੂੰ ਮੱਤਾਂ ਦੇਣ ਲੱਗ ਪਈ ਸੀ। ਵੇਖ ਡੱਡੀਏ, ਅਜੇ ਵੀ ਕੁਛ ਨਹੀਂ ਵਿਗੜਿਆ। ਆਖੇ ਲੱਗ ਜਾ ਪੁੱਤ, ਜੇ ਦਿਲ ਲਾ ਕੇ ਕੰਮ ਕਰੇ ਇੱਥੇ ਵੀ ਕੋਈ ਘਾਟ ਨਹੀਂ। ਅਗੇਤੀ ਸਬਜ਼ੀ ਭਾਜੀ ਬੀਜ ਮੰਡੀ ਲਿਜਾਵੇ ਬੰਦਾ, ਜਿਵੇਂ ਆਪਾਂ ਮੰਡੀ 'ਚ ਬੈਠੇ ਹਾਂ, ਬਥੇਰੀ ਕਮਾਈ ਹੋ ਜਾਂਦੀ ਹੈ। ਹੋਰ ਵੀ ਬਥੇਰੇ ਧੰਦੇ ਆ, ਥੋੜ੍ਹੇ ਘਣੇ ਪੈਸਿਆਂ ਨਾਲ ਜੇ ਕੋਈ ਕੰਮ ਚੱਲਦਾ ਚਲਾ ਲੈਂਦੇ ਹਾਂ। ਕੋਠੀਆਂ ਤਾਂ ਨਹੀਂ ਨਾ ਪੈਣੀਆਂ, ਫਿਰ ਹੇਠ ਕਾਰਾਂ ਤਾਂ ਨਹੀਂ ਨਾ ਆਉਣਗੀਆਂ। ਜਿਹੜੇ ਆਪਣੇ ਜਵਾਕਾਂ ਨੂੰ ਘੱਲੀ ਜਾਂਦੇ ਆ ਕਮਲੇ ਨਹੀਂ। ਬੁੜੀਆਂ ਵਾਲੀ ਗੱਲ ਨਾ ਕਰ ਤੂੰ ਡੱਡੀਏ। ਲੋਕਾਂ ਦੀਆਂ ਕਾਰਾਂ ਕੋਠੀਆਂ ਵੱਲ ਨਾ ਵੇਖ। ਲੋਕਾਂ ਦਾ ਕੀ ਆ, ਲੋਕੀ ਤਾਂ ਸਕੀਆਂ ਭੈਣਾਂ ਨਾਲ ਆਨੰਦ ਕਾਰਜ ਕਰਵਾ ਕੇ ਵੀ ਗਏ ਆ। ਬੱਬੀ ਵੀ ਸਕੀ ਆਪਦੀ ਮਾਸੀ ਦੀ ਕੁੜੀ ਨਾਲ ਵਿਆਹ ਕਰਵਾ ਕੇ ਗਿਆ ਸੀ। ਕਿਸੇ ਦੀ ਗੱਲ ਨਹੀਂ ਕਰੀਦੀ ਹੁੰਦੀ, ਆਪਦਾ ਵੇਖੀਦਾ। ਮੈਂ ਤਾਂ ਕਹਿੰਦੀ ਹਾਂ ਨਾ, ਤੂੰ ਜੋ ਕਹਿੰਦੀ ਆ ਮੈਂ ਸਭ ਜਾਣਦਾ। ਅੱਗੇ ਮੇਰੇ ਬਾਪੂ ਨੂੰ ਨਿਗਲ ਗਈ, ਹੁਣ ਮੈਨੂੰ ਨਿਗਲ ਜਾਏਗੀ। ਪਰ ਤੇਰਾ ਕੀ ਜਾਊ, ਬੈਠੀ ਵੈਣ ਪਾਈ ਜਾਇਆ ਕਰੇਂਗੀ। ਤੀਵੀਂ ਜਾਤ ਵੈਣ ਗੀਤ ਇੱਕ ਬਰਾਬਰ। ਆਖੋ ਬਾਹਰ ਨੂੰ ਖਿਸਕ ਗਿਆ ਸੀ। ਫਿਰ ਕਨੇਡਾ ਵਾਲੇ ਰਾਣੇ ਕਿਆਂ ਨਾਲ ਜ਼ਮੀਨ ਦਾ ਸੌਦਾ ਹੋ ਗਿਆ ਸੀ। ਟੇਕ ਵਾਲਾ ਹਿੱਸਾ ਨਹੀਂ ਵਿਕਿਆ ਸੀ। ਤੀਰਥੋਂ ਤੇ ਹਰਜੀਤ ਦਾ ਅੰਗੂਠਾ ਲੱਗਾ ਸੀ। ਨੱਥਾ ਸਿਉਂ ਦੇ ਦਿਮਾਗ 'ਚ ਇਹ ਗੱਲ ਆਈ ਸੀ ਵੀ ਕੱਲ੍ਹ ਕਲੂਤਰ ਨੂੰ ਹਰਜੀਤ ਨੂੰ ਕੁਝ ਹੋ ਜਾਂਦਾ ਸੀ ਤਾਂ ਬਚਦੀ ਜ਼ਮੀਨ ਫਿਰ ਦੋ ਥਾਈਂ ਹੋਣੀ ਸੀ। ਜਿਹੜੀ 2 ਕਮਾਨ ਜ਼ਮੀਨ ਬਚੀ ਸੀ ਉਹ ਟੇਕ ਦੀ ਮਾਲਕੀ 'ਚ ਸੀ। ਜ਼ਮੀਨ ਵਿਕਣ ਵੇਲੇ ਠਾਣਾ ਸਿਉਂ ਨੇ ਬਥੇਰੀ ਲੱਤ ਫਸਾਉਣ ਦੀ ਕੋਸ਼ਿਸ਼ ਕੀਤੀ ਸੀ। ਸਾਂਝੇ ਖਾਤੇ ਦਾ ਰੌਲਾ ਪਾਇਆ ਸੀ, ਪਰ ਉਹਦਾ ਕੁਝ ਵੀ ਨਹੀਂ ਵਟਿਆ ਗਿਆ ਸੀ। ਹੁਣ ਹਰਜੀਤ ਨੂੰ ਇਹ ਸੀ ਕਿ ਕੋਈ ਥਾਂ ਵੇਖ ਤੀਰਥੋਂ ਨੂੰ ਬਾਹਰੋਂ ਉਠਾਇਆ ਜਾਏ। ਆਸੇ ਪਾਸੇ ਵਾਲਿਆਂ ਵੀ ਇਹੋ ਰਾਏ ਦਿੱਤੀ ਸੀ। ਭਾਈ ਪੈਸੇ ਨਹੀਂ ਖੜਦੇ ਹੁੰਦੇ, ਹੁਣ ਤੂੰ ਪਾਂਦਾ ਨਾ ਪੁੱਛ। ਥਾਂ ਵੇਖ, ਕੁੜੀ ਨੂੰ ਵਿਆਹ। ਅਜੇ ਬਿਆਨਾ ਹੀ ਫੜਿਆ ਹੈ, ਰਜਿਸਟਰੀ ਨਹੀਂ ਕਰਾਈ। ਸਾਰੀ ਰਕਮ ਫੇਰ ਹੀ ਮਿਲੂ, ਮਿਲਣ ਦੀ ਦੇਰ ਆ, ਵਿਆਹ ਤਾਂ ਕਰਨਾ ਹੀ ਆ। ਹਰਜੀਤ ਆਖਣ ਵਾਲੇ ਨੂੰ ਰਿਸ਼ਤਾ ਟੋਣ ਲਈ ਵੀ ਆਖ ਦਿੰਦੀ। ਗੁਰਬੰਦ ਸਵੇਰੇ ਡਿਊਟੀ ਜਾਂਦਾ, ਸ਼ਾਮੀ 5 ਵਜੇ ਘਰ ਆਉਂਦਾ। ਐਤਵਾਰ ਉਹਦੀ ਰੈਸਟ ਹੁੰਦੀ। ਉਹ ਤੇ ਤੀਰਥੋਂ ਘੰਟਾ ਘੜੀ ਮਿਲ ਤਾਂ ਪੈਂਦੇ, ਹਾਸਾ ਮਜ਼ਾਕ ਵੀ ਹੁੰਦਾ, ਇੱਕ ਦੂਜੇ ਨੂੰ ਅੰਦਰੋਂ ਅੰਦਰੀ ਪਿਆਰ ਵੀ ਕਰਦੇ, ਪਰ ਮੂੰਹੋਂ ਨਾ ਫੁੱਟਦੇ। ਤੀਰਥੋਂ ਸੋਚਦੀ, ਐਡਾ ਬੁੱਧੂ ਬੰਦਾ ਜਿਹੜੀ ਗੱਲ ਮੈਂ ਸੁਣਨ ਨੂੰ ਫਿਰਦੀ ਹਾਂ ਉਹ ਗੱਲ ਤਾਂ ਕਰਦਾ ਹੀ ਨਹੀਂ, ਹੋਰ ਹੀ ਗੱਲਾਂ ਲੈ ਕੇ ਬੈਠ ਜਾਊ। ਸਾਡੀ ਮਿਲ 'ਚ ਆ ਆਇਆ, ਸਾਡੀ ਮਿਲ 'ਚ ਉਹ ਆਇਆ। ਭਲਾ ਬੁੱਧੂਆ, ਮੈਂ ਤੇਰੀ ਮਿਲ ਤੋਂ ਧਾਰਾਂ ਲੈਣੀਆਂ? ਤੂੰ ਕੋਈ ਆਪਣੀ ਗੱਲ ਕਰ, ਆਪਣੀ ਦੋਹਾਂ ਦੀ ਗੱਲ। ਤੇ ਆਖ ਤੀਰਥੋਂ, ਮੈਂ ਤੈਨੂੰ ਪਿਆਰ ਕਰਦਾ, ਪਰ ਕਿੱਥੇ, ਇਹ ਤਾਂ ਉਹਦੀ ਜ਼ੁਬਾਨ 'ਤੇ ਆਉਂਦਾ ਹੀ ਨਹੀਂ। ਘੁੱਗੂ ਕਿਸੇ ਥਾਂ ਦਾ। ਉਹ ਆਖੀ ਜਾਊ, ਤੀਰਥੋਂ ਤੂੰ ਸੋਹਣੀ ਬਹੁਤ ਆ। ਮੂਰਖ ਬੰਦਿਆ, ਸੋਹਣੀ ਲੱਗਦੀਆਂ ਤਾਂ ਕੁਛ ਅੱਗੇ ਵੀ ਫੁੱਟ। ਤੀਰਥੋਂ ਭੰਤ ਨੂੰ ਐਂ ਹੀ ਕੋਸਦੀ ਰਹਿੰਦੀ। ਭੰਤ ਦਾ ਵੀ ਇਹੋ ਹਾਲ ਸੀ। ਮਨਾ ਜੇ ਭਲਾ ਮੇਰੇ ਮੂੰਹ ਐਸੀ ਵੈਸੀ ਗੱਲ ਨਿਕਲ ਗਈ, ਉਹ ਬੁਰਾ ਮਨਾ ਗਈ, ਫਿਰ ਉਹ ਕੀ ਜਾਣੇ ਮੈਂ ਉਹਨੂੰ ਅੰਦਰ ਹੀ ਅੰਦਰ ਕਿੰਨਾ ਚਾਹੁੰਦਾ। ਬਸ ਕਿਸੇ ਦਿਨ ਜੇਰਾ ਕਰਕੇ ਆਖ ਹੀ ਦੇਣਾ, ਤੀਰਥੋਂ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਪਰ ਜੇ ਉਹਨੇ ਬੁਰਾ ਮੰਨ ਲਿਆ ਤੇ ਭੂਆ ਨੂੰ ਦੱਸਤਾ, ਭੂਆ ਤਾਂ ਉਸੇ ਵੇਲੇ ਮੇਰਾ ਡੰਡਾ ਡੇਰਾ ਚਕਾ ਆਖੂ ਵੀ ਭਾਈ ਤੀਰਥੋਂ ਤਾਂ ਮੇਰੀ ਧੀਆਂ ਵਰਗੀ ਆ, ਗੁਆਂਢ ਮੱਥਾ ਹੈ, ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ, ਤੂੰ ਇਹ ਕੀ ਕੀਤੀ? ਪਰ ਭੰਤਿਆ ਆਖਣਾ ਤਾਂ ਪਊ ਹੀ ਇੱਕ ਦਿਨ। ਤੀਰਥੋਂ ਨੂੰ ਮੇਰੀਆਂ ਰਾਤਾਂ ਦੀ ਨੀਂਦ ਉਡਾਤੀ ਆ, ਮੈਂ ਨਹੀਂ ਬਚਦਾ ਤੇਰੇ ਬਿਨਾਂ। ਉਹ ਦੋਵੇਂ ਹੀ ਖਿਆਲਾਂ ਦੇ ਬਥੇਰੇ ਪਲਾ ਪਕਾਉਂਦੇ, ਪਰ ਆਮਣਾ ਸਾਹਮਣਾ ਹੋਣ 'ਤੇ ਠੁੱਸ ਹੋ ਜਾਂਦੇ। ਜ਼ਮੀਨ ਦੀ ਰਜਿਸਟਰੀ ਹੋ ਗਈ, ਰੁਪਈਏ ਸ਼ਹਿਰ ਹੀ ਬੈਂਕ 'ਚ ਰੱਖਤੇ ਗਏ। ਉਸ ਰਾਤ ਹਰਜੀਤ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਸੀ। ਉਹ ਭੁੱਲੀ ਨਹੀਂ ਸੀ ਅਮਰ ਦੀ ਮੌਤ ਦਾ ਕਾਰਨ ਸਿਰ ਚੜ੍ਹਿਆ ਕਰਜ਼ਾ ਹੀ ਬਣਿਆ ਸੀ। ਜੇ ਉਹ ਚਾਹੁੰਦਾ ਤਾਂ ਕੁਛ ਜ਼ਮੀਨ ਵੇਚ ਕਰਜ਼ੇ ਤੋਂ ਸੁਰਖਰੂ ਹੋ ਸਕਦਾ ਸੀ, ਪਰ ਨਹੀਂ ਹੋਇਆ ਸੀ। ਜ਼ਮੀਨ ਨੂੰ ਮਾਂ ਸਮਝਦਾ ਸੀ, ਮਾਂ ਕਿਵੇਂ ਵੇਚਦਾ। ਪਰ ਦੂਜੇ ਬੰਨੇ ਟੇਕ ਵੀ ਗਲ 'ਚ ਅੰਗੂਠਾ ਦਈ ਆਉਂਦਾ ਸੀ।
ਇੱਕ ਅੰਗੂਠਾ ਉਹਦੇ ਗਲ ਨੂੰ ਆਉਂਦਾ ਸੀ ਤਾਂ ਦੂਜਾ ਪੱਕੇ ਅਸ਼ਟਾਮਾਂ ਵੱਲ ਜਾਂਦਾ ਸੀ। ਉਹਨੂੰ ਕੋਈ ਰਾਹ ਨਹੀਂ ਦੱਸਿਆ ਸੀ ਤਾਂ ਆਪਣੇ ਗਲ 'ਚ ਫੰਦਾ ਪਾ ਪੱਖੇ ਨਾਲ ਲਮਕ ਗਿਆ। ਤੂੰ ਆਪ ਤਾਂ ਖਹਿੜਾ ਛਡਾ ਗਿਆ ਪਾਪੀਆ, ਪਰ ਮੈਨੂੰ ਕਿਹੜੀ ਬਿਪਤਾ 'ਚ ਪਾ ਗਿਆ। ਤੂੰ ਵੀ ਨਾ ਰਹੀ ਜ਼ਮੀਨ ਵੀ ਨਾ। ਸਮਝ 'ਚ ਨਹੀਂ ਆਉਂਦਾ ਮੈਥੋਂ ਚੰਗਾ ਹੋ ਗਿਆ ਕਿ ਮਾੜਾ। ਪਰ ਜੇ ਟੇਕਾ ਵੀ ਕੁਝ ਕਰ ਬੈਠਦਾ, ਜੜ ਮੇਖ ਤਾਂ ਜੜ ਮੇਖ, ਹੋਰ ਪਤਾ ਨਹੀਂ ਕੀ ਹੋਣਾ ਸੀ। ਜੇ ਤੂੰ ਹੁੰਦਾ ਆਹ ਦਿਨ ਤਾਂ ਨਾ ਵੇਖਣੇ ਪੈਂਦੇ। ਪਰ ਕੀ ਪਤਾ ਐਂ ਦਿਨ ਫਿਰਨੇ ਹੋਣ, ਰੱਬ ਨੂੰ ਐਂ ਮਨਜ਼ੂਰ ਹੋਵੇ। ਮਨਾਂ ਕਿਹੜੇ ਰੱਬ ਦੀਆਂ ਗੱਲਾਂ ਕਰਦੀਆਂ। ਮਾੜੇ ਧੀੜਿਆਂ ਦੀ ਰੱਬ ਕਿੱਥੇ ਸੁਣਦਾ। ਰੱਬ ਵੀ ਰਾਣੀ ਖਾਂ ਦਾ ਸਾਲਾ ਤੱਕੜਿਆਂ ਵੱਲ ਦੀ ਬੌੜਦਾ। ਉਹ ਵੀ ਤੇ ਮੇਰੀ ਤਾਂ ਮੁੱਢੋਂ ਕਿਸਮਤ ਖੋਟੀ। ਨਾ ਮਾਪੀ ਸੁੱਖ ਵੇਖਿਆ ਨਾ ਸਹੁਰੀ। ਵਿਆਹੀ ਆਈ ਸੀ ਤਾਂ ਜਠਾਣੀ ਨੇ ਪੱਬ ਨਹੀਂ ਲੱਗਣ ਦਿੱਤਾ ਸੀ। ਸੱਸ ਵੀ ਉਹਦੀ ਹਾਂ 'ਚ ਹਾਂ ਮਿਲਾਉਂਦੀ ਸੀ। ਟੇਕੇ ਦਾ ਬਾਪੂ ਵੀ ਉਹਦੇ ਜਾਲ 'ਚ ਫਸਿਆ ਸੀ। ਮੇਰੀ ਗਰੀਬਣੀ ਦੀ ਕੌਣ ਸੁਣਦਾ ਸੀ। ਸਾਰਾ ਟੱਬਰ ਮੇਰੇ ਮਗਰ ਪਿਆ। ਮੇਰੇ ਪਿਓ ਕੰਜਰ ਦੀਆਂ ਕੀਤੀਆਂ ਮੇਰੇ ਅੱਗੇ ਆਈਆਂ। ਮੈਂ ਤਾਂ ਅਜੇ ਦੂਜੀ ਤੀਜੀ ਵਾਰੀ ਆਈ ਸੀ ਜਦੋਂ ਤਾਏ ਦੀ ਧੀ ਦਾ ਵਿਆਹ ਆ ਗਿਆ। ਮੈਂ ਇੱਥੋਂ ਸਾਰੀਆਂ ਟੂਮਾਂ ਪਾ ਕੇ ਗਈ। ਵਿਆਹ ਵੇਖ ਕੇ ਮੁੜਦੀ ਤੂੰ ਕੰਜਰ ਪਿਓ ਨੇ ਲਵਾ ਲੀਆਂ। ਅਖੇ ਧੀਏ ਜੇ ਮਹੀਨਾ 20 ਦਿਨ ਟੂਮਾਂ ਦੇ ਦਿਓ, ਕਿਸੇ ਸੁਨਿਆਰੇ ਦੇ ਰੱਖ ਕੇਸ ਬਰੀ ਕਰਾ ਲੂੰ। ਬਾਪੂ ਦੇ ਪੋਸਤ ਦਾ ਕੇਸ ਚੱਲਦਾ ਸੀ। ਪੂਰੇ 10 ਬੋਰੇ ਫੜੇ ਸੀ। ਉਹਨੇ ਕੀ ਸੋਚਿਆ, ਸ਼ਰਮ ਨਾ ਆਈ ਕੰਨੋਂ ਨੁੱਕ ਬੁੱਚੀ ਕਰਕੇ ਤੋਰਦੇ ਨੂੰ। ਅਮਰ ਵੀ ਕਹਿੰਦਾ ਬੁਰੇ ਵੇਲੇ ਆਪਾਂ ਨਾ ਕੰਮ ਆਏ ਤਾਂ ਹੋਰ ਕੌਣ ਆਊ। ਅਸੀਂ ਟੂਮਾਂ ਫੜਾ ਆਏ ਜੋ ਵਾਪਸ ਨਾ ਆਈਆਂ। ਜੱਜ ਨੂੰ ਵੱਢੀ ਦੇਣ ਦੇ ਬਹਾਨੇ ਲਈਆਂ ਸੀ। ਵੱਢੀ ਕਾਹਦੀ ਦੇਣੀ ਸੀ। 10 ਬੋਰੇ ਪੋਸਤ ਹੋਰ ਖਰੀਦ ਲਿਆਇਆ। ਅਖੇ ਪਾਣੀ ਦਾ ਮਾਰਿਆ ਪਾਣੀ ਨਾਲ ਹੀ ਹਰਾ ਹੁੰਦਾ। ਬਲੈਕਰਾਂ ਦਾ ਵੀ ਕੀ ਵਸਾ, ਬਾਪੂ ਸਾਡੇ ਨਾਲ ਹੀ ਠੱਗੀ ਮਾਰ ਗਿਆ। ਕਿਸੇ ਜਹਿਮਤ ਸ਼ਹਿਮਤ 'ਤੇ ਟੂਮਾਂ ਲਈਆਂ ਹੁੰਦੀਆਂ ਮੈਂ ਉਫ ਨਾ ਕਰਦੀ। ਜਿਹੜੀਆਂ ਸੱਸ ਸਹੁਰੇ ਦੀਆਂ ਸਹਾਰਨੀਆਂ ਪਈਆਂ ਮੈਂ ਹੀ ਜਾਣਦੀ। ਜਠਾਣੀ ਦੇ ਤਾਨੇ ਮਿਹਣੇ, ਫਿਰ ਤਾਂ ਟੇਕੇ ਦਾ ਬਾਪੂ ਵੀ ਇਹੋ ਗੱਲ ਜਣਾਈ ਜਾਇਆ ਕਰੇ। ਜਠਾਣੀ ਨਾਲ ਵਾੜੇ 'ਚ ਜਾ ਕੇ ਧਾਰਾਂ ਕਢਵਾਵੇ, ਹੋਰ ਵੀ ਪਤਾ ਨਹੀਂ ਕੀ ਦੋਵੇਂ ਘਿਓ ਖਿਚੜੀ। ਇੱਕ ਦਿਨ ਜੇਠ ਨੇ ਉੱਤੋਂ ਫੜ ਲਏ। ਫਿਰ ਉਹਨੇ ਕਾਵਾਂ ਰੌਲੀ ਪਾਈ, ਅੱਡ ਹੋ ਕੰਧ ਕੱਢ ਲਈ। ਸੱਸ ਸਹੁਰਾ ਉਹਦੇ ਨਾਲ, ਮੈਂ ਸ਼ੁਕਰ ਮਨਾਇਆ। ਅਮਰ ਤਾਂ ਮੇਰੇ ਨਾਲ ਚੱਜ ਨਾਲ ਫੇਰ ਬੋਲਣ ਲੱਗਾ ਸੀ ਜਦੋਂ ਉੱਧਰੋਂ ਖੁਰਾਂ 'ਤੇ ਵੱਜਣ ਲੱਗੀਆਂ। ਫੇਰ ਆਹ 2 ਨਿਆਣੇ ਹੋਏ, ਨਹੀਂ ਪਹਿਲਾਂ ਉਹਨੂੰ ਕਿੱਥੇ ਮੇਰੇ ਕੋਲ ਮੰਜੀ ਡਾਉਣ ਦਿੰਦੀ ਸੀ। ਫੇਰ ਹੀ ਵੇਖੇ 4 ਦਿਹਾੜੇ ਸੁੱਖ ਦੇ। ਫਿਰ ਜਾਂਦਾ ਜਾਂਦਾ ਮੈਨੂੰ ਖੂਹ 'ਚ ਧੱਕਾ ਦੇ ਗਿਆ। ਦੁੱਖਾਂ ਦੇ ਪਹਾੜ ਫੇਰ ਆ ਡਿੱਗੇ। ਮੁੰਡਾ ਚੰਗਾ ਨਿਕਲ ਜਾਂਦਾ ਤਾਂ ਸਾਰੀ ਔਖਿਆਈ ਭੁੱਲ ਜਾਂਦੀ। ਪਰ ਹੁਣ ਸਮਝ ਨਹੀਂ ਆਉਂਦੀ ਸਾਡਾ ਬਣੂ ਕੀ। ਬਣਨਾ ਕੀ ਆ ਮਨਾ, ਬਣਨਾ ਕੀ ਆ। ਕੁੜੀ ਆਪਦੇ ਘਰੇ ਜਾਊ। ਜੇ ਟੇਕ ਬਾਹਰ ਜਾ ਵੜਿਆ ਕੰਧਾਂ ਨਾਲ ਤੂੰ ਵੱਜਦੀ ਫਿਰਿਆ ਕਰੇਂਗੀ, ਤੇ ਜੇ ਨਾ ਜਾਇਆ ਗਿਆ ਉਦੋਂ ਸੱਲ। ਹੁਣ ਤਾਂ ਤੇਰੇ ਤੋਂ ਹੀ ਡੋਰੀਆਂ ਦਾਤਿਆ, ਤੇਰੇ 'ਤੇ ਹੀ। ਮੈਂ ਕੌਣ ਵਿਚਾਰੀ ਹਾਂ। ਭੀੜਾਂ ਰਾਜਿਆਂ ਰਾਣਿਆਂ 'ਤੇ ਵੀ ਪੈਂਦੀਆਂ ਆਈਆਂ। ਪਾਉਣ ਵਾਲਾ ਵੀ ਉਹ ਆ, ਕੱਢਣ ਵਾਲਾ ਵੀ। ਤੇ ਤੂੰ ਮੇਰਾ ਰਾਖਾ ਸਭਨੀ ਥਾਈਂ। ਹਰਜੀਤ ਸਾਰੀ ਰਾਤ ਆਪਣੇ ਆਪ ਨਾਲ ਘੁਲਦੀ ਰਹੀ। ਕੁਛ ਦਿਨਾਂ ਬਾਅਦ ਹੀ ਪਿੰਡ ਵਿੱਚ ਇੱਕ ਬੀਬੀ ਨੇ ਆਪਣੀ ਇੱਕ ਰਿਸ਼ਤੇਦਾਰੀ 'ਚ ਭਗਤੇ ਮੁੰਡੇ ਦੀ ਦੱਸ ਪਾਈ। ਅਖੇ 10 ਕੁਮਾਂ ਮੁੰਡੇ ਨੂੰ ਜ਼ਮੀਨ ਆਉਂਦੀ ਆ, 2 ਭਰਾ ਆ। ਹਰਜੀਤ ਉਸ ਬੀਬੀ ਨਾਲ ਜਾ ਕੇ ਘਰ-ਬਾਰ ਤੇ ਮੁੰਡਾ ਵੇਖ ਆਈ। ਜ਼ਿਆਦਾ ਪੁੱਛ ਪੜਤਾਲ 'ਚ ਪੈਣ ਦੀ ਖੇਚਲ ਨਾ ਕੀਤੀ। 15 ਦਿਨਾਂ 'ਤੇ ਵਿਆਹ ਬੰਨ੍ਹ ਦਿੱਤਾ ਤੇ ਤੀਰਥੋ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਅੰਗ ਚੌਥਾ। ਜਦੋਂ ਗੁਰਬੰਤ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਤੀਰਥੋ ਦਾ ਸ਼ਗਨ ਫੜਾ ਦਿੱਤਾ ਗਿਆ ਹੈ ਤੇ ਕੁਛ ਦਿਨਾਂ ਤੱਕ ਵਿਆਹ ਵੀ ਹੈ, ਉਹਦੇ ਸੋਚਾਂ ਦੇ ਬਣਾਏ ਕਿਲੇ ਢਹਿ ਢੇਰੀ ਹੋ ਗਏ। ਤੀਰਥੋ ਨੂੰ ਵੀ ਇਸ ਗੱਲ ਦਾ ਕੀ ਪਤਾ ਸੀ ਕਿ ਜਦ ਇਸ ਬੇਮੌਸਮੀ ਬਰਸਾਤ 'ਚ ਬਿਜਲੀ ਡਿੱਗੀ ਉਹ 'ਤੇ ਹੀ ਡਿੱਗੂ। ਦੋਹਾਂ ਕੋਲ ਹੀ ਜਿਵੇਂ ਝੂਰਨ ਤੋਂ ਸਿਵਾਏ ਕੁਛ ਰਹਿ ਹੀ ਨਹੀਂ ਗਿਆ ਸੀ। ਇੱਕ ਦਿਨ ਮੌਕਾ ਮਿਲਿਆ ਸੀ ਤਾਂ ਜੇਰਾ ਕਰ ਉਹ ਇੰਨਾ ਹੀ ਤੀਰਥੋ ਨੂੰ ਆਖ ਸਕਿਆ ਸੀ। ਸਮਾਂ ਐਡੀ ਛੇਤੀ ਕਰਵਟ ਲਊ ਕਦੇ ਸੋਚਿਆ ਵੀ ਨਹੀਂ ਸੀ। ਮੰਨੀਏ ਜਾਂ ਨਾ ਮੰਨੀਏ, ਆਪਣੀ ਚੁੱਪ ਹੀ ਆਪਾਂ ਨੂੰ ਲੈ ਬੈਠੀ। ਅੱਜ 'ਚ ਫੁੱਟਿਆ ਪਾਪੀਆ, ਕਦੀ ਪਹਿਲਾਂ ਫੁੱਟਿਆ ਹੁੰਦਾ। ਖਬਰੇ ਕੋਈ ਢੰਗੋਂ ਬੇੜਾ ਲੱਗ ਹੀ ਜਾਂਦਾ। ਤੀਰਥੋ ਦੀਆਂ ਅੱਖਾਂ ਸਿਮ ਆਈਆਂ ਸੀ। ਜੋ ਹੋਣਾ ਸੀ ਹੋ ਗਿਆ ਤੀਰਥੋ। ਸੁਪਨੇ ਸੱਚ ਥੋੜ੍ਹਾ ਹੁੰਦੇ ਆ। ਨਾ ਤੂੰ ਹੀ ਮੂੰਹੋਂ ਫੁੱਟੀ ਨਾ ਮੈਂ ਹੀ ਚੁੱਪ ਤੋੜੀ। ਕਾਸ਼ ਆਪਾਂ ਚੁੱਪਾਂ ਤੋੜੀਆਂ ਹੁੰਦੀਆਂ। ਹੁਣ ਕੁਝ ਨਹੀਂ ਹੋ ਸਕਦਾ। ਤੀਰਥੋ ਠੰਡਾ ਸਰਦ ਹੌਕਾ ਲੈ ਗਈ। ਹੋਣ ਨੂੰ ਤਾਂ ਬਹੁਤ ਕੁਛ ਹੋ ਸਕਦਾ, ਪਰ ਤੂੰ ਇਹ ਸੋਚ ਤੇਰੀ ਬੇਜੀ 'ਤੇ ਕੀ ਹਵਾ ਵੱਗੀ ਹੈ। ਜੇ ਆਪਾਂ ਕੋਈ ਪੁੱਠਾ ਸਿੱਧਾ ਕਰ ਲਿਆ ਕੀ ਬੀਤੂ ਉੱਤੇ। ਹੁਣ ਤਾਂ ਇਹ ਸੋਚ ਹੀ ਨਾ। ਉਹ ਕਿੰਨਾ ਚਿਰ ਝੂਰਦੇ ਰਹੇ। ਝੂਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ, ਤੇ ਜੇ ਸੀ ਤਾਂ ਉਹ ਬਗਾਵਤ ਹੀ ਹੋਣੀ ਸੀ। ਫਿਰ ਪਿੰਡ 'ਚ ਗੱਲਾਂ ਆਮ ਹੋਣੀਆਂ ਸੀ। ਟੇਕਾ ਤਾਂ ਟੇਕਾ ਭਾਈ, ਕੁੜੀ ਵੀ ਕਿਹੜਾ ਚੰਗੀ ਆ। ਵਿਆਹ ਧਰਿਆ ਸੀ ਤਾਂ ਆਪਣੇ ਇਸ਼ਕ ਦਾ ਰਾਗ ਲਾਪਣ ਲੱਗ ਪਈ। ਤੇ ਉਹ ਮੁੰਡਾ ਜਿਹੜਾ ਧੰਨੋ ਕੇ ਰਹਿੰਦਾ, ਉਹਨੇ ਕੀ ਕੀਤੀ।
ਸਹੁਰਿਆ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ। ਗਲੀ ਗੁਆਂਢ 'ਚ ਉਪਰੇ ਧੀ ਪੁੱਤ ਨੂੰ ਤਾਂ ਹੀ ਤਾਂ ਹੁਣ ਕੋਈ ਮੂੰਹ ਨਹੀਂ ਲਾਉਂਦਾ। ਜ਼ਮਾਨੇ ਹੀ ਮਾੜੇ ਆ ਸਾਲੇ। ਦੋਵੇਂ ਆਪਣੇ ਗੂੰਗੇ ਪਿਆਰ 'ਤੇ ਝੂਰ ਰਹੇ ਸਨ। ਜਦ ਇੱਕ ਦੂਜੇ ਕੋਲ ਫੁੱਟੇ ਸੀ ਤਾਂ ਲਾਂ ਹੱਥੋਂ ਨਿਕਲ ਚੁੱਕੇ ਸੀ। ਧਨੋਂ ਬਾਹਰੋਂ ਆਈ ਤਾਂ ਦੋਵੇਂ ਚੁੱਪ ਕਰ ਗਏ ਸਨ। ਧਨੋਂ ਦੇ ਹੱਥ 'ਚ ਕੌਲੀ ਸੀ। ਉਹ ਮਾਂ ਛੋਲਿਆਂ ਦੀ ਦਾਲ ਕਿਸੇ ਗੁਆਂਢੀ ਦਿਓ ਲੈ ਕੇ ਆਈ ਸੀ। ਤੂੰ ਪਿੰਡੇ 'ਤੇ ਪਾਣੀ ਪਾ ਲਾ ਕਾਕਾ। ਪਾਣੀ ਪਿਆ ਸੀ ਤੱਤਾ। ਆਖ ਧਨੋਂ ਕਿਸੇ ਕੰਮ 'ਚ ਉਲਝ ਗਈ। ਉਹ ਕੀ ਜਾਣਦੀ ਸੀ ਕਿ ਉਹ ਕਿਹੜੀ ਘਲਾੜੀ 'ਚ ਪੀੜੀ ਦੇ ਜਾ ਰਹੇ ਆ। ਗੁਰਬੰਤ ਬਲੋ ਰੂਮ 'ਚ ਦੀ ਹੁੰਦਾ ਹੋਇਆ ਸਾਰਿਆਂ ਖਾਤਿਆਂ 'ਚ ਧਿਆਨ ਮਾਰਦਾ ਰੀਲਿੰਗ ਖਾਤੇ 'ਚ ਆਇਆ ਸੀ ਤਾਂ ਬਿੱਲੂ ਨਾਂ ਦਾ ਜਾਬਰ ਖਾਤਾ ਮਾਸਟਰ ਇੱਕ ਕੁੜੀ ਦਾ ਹੱਥ ਫੜੀ ਮਸ਼ੀਨਾਂ ਦੇ ਵਿਚਾਲੇ ਬੈਠਾ ਸੀ। ਦੋਵੇਂ ਅਸ਼ਲੀਲ ਹਰਕਤਾਂ ਕਰ ਰਹੇ ਸੀ। ਉਸ ਕੁੜੀ ਦੀ ਮਸ਼ੀਨ ਸਮੇਤ 3 ਮਸ਼ੀਨਾਂ ਹੋਰ ਬੰਦ ਪਈਆਂ ਸੀ। ਸਾਫ਼ ਦਿਸ ਰਿਹਾ ਸੀ ਵੀ ਜਿਉਂ ਸ਼ਿਫਟ ਬਦਲੀ ਸੀ ਮਸ਼ੀਨਾਂ ਚਾਲੂ ਨਹੀਂ ਕੀਤੀਆਂ ਗਈਆਂ। ਕੁਝ ਕੁੜੀਆਂ ਬਿੱਲੂ ਤੇ ਉਸ ਕੁੜੀ ਨੂੰ ਵੇਖ ਸ਼ਰਮ ਮਹਿਸੂਸ ਕਰ ਰਹੀਆਂ ਸੀ। ਭਾਵੇਂ ਉਹਨਾਂ ਦਾ ਧਿਆਨ ਆਪਣੇ ਕੰਮ ਵੱਲ ਸੀ। ਉਸ ਵੇਲੇ ਤਾਂ ਹੱਦ ਹੀ ਹੋ ਜਾਂਦੀ ਸੀ ਜਦ ਬਿੱਲੂ ਹੱਥ ਵਿਚਲੀ 52 ਪਲਾਸਟਿਕ ਦੀ 10 ਇੰਚ ਲੰਮੀ ਪਾਈਪ ਕੁੜੀ ਦੇ ਦੁੱਧੀਆਂ 'ਤੇ ਫੇਰਨ ਲੱਗ ਪੈਂਦਾ। ਇੱਕ ਲੱਤ ਉਹਦੀ ਕੁੜੀ ਦੀਆਂ ਲੱਤਾਂ ਦੇ ਵਿਚਾਲੇ ਸੀ। ਬਿੱਲੂ ਇਹ ਕੀ ਮਖੌਲ ਆ? ਚੱਲ ਕੁੜੀਏ ਤੂੰ ਆਪਣੀ ਮਸ਼ੀਨ 'ਤੇ। ਭੰਤ ਨੇ ਆਖਿਆ ਤਾਂ ਕੁੜੀ ਸਿੱਧੀ ਜੀ ਹੋ ਗਈ ਅਤੇ ਆਪਣੀ ਮਸ਼ੀਨ ਦੁਆਲੇ ਹੋ ਗਈ। ਪਰ ਮਸ਼ੀਨ ਚਲਾਉਣ ਲਈ ਗਲੋਟੇ ਭਰੀਆਂ ਬਾਵਨਾਂ ਵੀ ਤਾਂ ਉਸ ਕੋਲ ਨਹੀਂ ਸੀ। ਸੁਪਰਵਾਈਜ਼ਰ ਸਾਹਿਬ ਤੁਸੀਂ ਮੇਰੇ ਕੰਮ 'ਚ ਦਖਲਅੰਦਾਜ਼ੀ ਨਾ ਦਿਆ ਕਰੋ। ਬਿੱਲੂ ਨੇ ਸਿਗਰਟ ਸੁਲਗਾ ਲਈ ਸੀ ਜਦੋਂ ਕਿ ਅੰਦਰ ਸਿਗਰਟ ਬੀੜੀ ਪੀਣ ਦੀ ਸਖਤ ਮਨਾਹੀ ਸੀ। ਪਰ ਬਿੱਲੂ ਇਹਨਾਂ ਮਨਾਹੀਆਂ ਨੂੰ ਨਹੀਂ ਸੀ ਗੌਲਦਾ। ਉਹ MLA ਸੰਧੂਰਾ ਸਿਉਂ ਕਿ ਸਕੇ ਸੋਧਰਿਆਂ 'ਚੋਂ ਸੀ। ਮਿੱਲ ਵਿੱਚ ਤਾਂ ਉਹ ਆਸ਼ਕੀ ਕਰਨ ਨੂੰ ਹੀ ਲੱਗਾ ਸੀ। ਘਰੋਂ ਸੌਖੇ ਸੀ, ਜ਼ਮੀਨ ਚੰਗੀ ਸੀ। ਗੁਰਬੰਤ ਨੂੰ ਪਤਾ ਸੀ ਵੀ ਇਹ ਮਿਲ ਵਰਕਰ ਜਿੰਨਾ ਵੀ ਨਸ਼ਾ ਕਰਦੇ ਹੈ ਉਹਦੀ ਸਪਲਾਈ ਬਿੱਲੂ ਹੀ ਕਰਦਾ ਸੀ। ਬਿੱਲੂ ਨੇ ਯੂਨੀਅਨ ਪ੍ਰਧਾਨ ਚੀਨੇ ਨਾਂ ਦਾ ਵਰਕਰ ਬਣਾਇਆ ਸੀ ਜੋ ਮਜ਼ਦੂਰਾਂ ਲਈ ਤਾਂ ਕੁਛ ਨਹੀਂ ਕਰਦਾ ਸੀ ਪਰ ਮਹੀਨੇ ਬਾਅਦ ਤਨਖਾਹ ਵਾਲੇ ਦਿਨ ਯੂਨੀਅਨ ਦੇ ਨਾਂ 'ਤੇ ਚੰਦਾ ਇਕੱਠਾ ਕਰ ਆਪਣੀਆਂ ਜੇਬਾਂ ਜ਼ਰੂਰ ਭਰ ਲੈਂਦਾ ਜੋ ਬਿੱਲੂ ਤੇ ਉਹਦੇ ਸਾਥੀ ਛਕ ਜਾਂਦੇ। ਜੇ ਤੂੰ ਨਹੀਂ ਕੁਛ ਕਰਨਾ ਹੁੰਦਾ ਵਰਕਰਾਂ ਨੂੰ ਤਾਂ ਕਰਨ ਦਿਆ ਕਰ। 4 ਮਸ਼ੀਨਾਂ ਬੰਦ ਪਈਆਂ। ਇੱਕ ਮਸ਼ੀਨ ਕੁਝ ਮਿੰਟਾਂ ਲਈ ਬੰਦ ਹੋ ਜਾਏ ਤਾਂ ਕਿੰਨਾ ਨੁਕਸਾਨ ਹੋ ਜਾਂਦਾ ਤੈਨੂੰ ਦੱਸਣ ਦੀ ਲੋੜ ਨਹੀਂ। ਜਾਵਰ ਏ ਤੂੰ, ਆਪਣੀ ਜ਼ਿੰਮੇਵਾਰੀ ਸਮਝ। ਗੁਰਬੰਤ ਨੇ ਆਖਿਆ। ਉਦੋਂ 3 ਕੁੜੀਆਂ ਬਾਹਰੋਂ ਹਿੜ ਕਰਦੀਆਂ ਆਈਆਂ ਸੀ। ਇਹਨਾਂ ਆਖਣ ਦੀ ਅੱਜ ਤੱਕ ਕਿਸੇ ਦੀ ਜੁਰਤ ਨਹੀਂ ਪਈ। ਬਿੱਲੂ ਸੱਪ ਵਾਂਗ ਵਿਉ ਘੋਲਣ ਲੱਗ ਪਿਆ। ਚਿਲਮ 'ਚ ਪਾ ਕੇ ਪੀਤਾ ਸੁਲਫਾ ਅੱਖਾਂ 'ਚ ਉਤਰ ਆਇਆ। ਮੈਨੂੰ ਫੈਕਟਰੀ ਇਸ ਕੰਮ ਦੀ ਤਨਖਾਹ ਦਿੰਦੀ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਲਗਨ ਨਾਲ ਨਿਭਾਵਾਂ। ਮੇਰੇ ਖਾਤਿਆਂ 'ਚ ਮੈਨੂੰ ਕੋਈ ਵਿਹਲਾ ਨਹੀਂ ਬੈਠਾ ਦਿਸਣਾ ਚਾਹੀਦਾ। ਤੂੰ ਜਾਵਰ ਏ, ਤੈਨੂੰ ਇਹ ਗੱਲਾਂ ਸਮਝਾਉਣ ਦੀ ਜ਼ਰੂਰਤ ਹੀ ਨਹੀਂ। ਗੁਰਬੰਤ ਕਈ ਦਿਨਾਂ ਤੋਂ ਬਿੱਲੂ ਦੇ ਮੂੰਹ ਵੱਲ ਵੇਖਦਾ ਆ ਰਿਹਾ ਸੀ ਅਤੇ ਅੱਜ ਉਹਦੇ ਸਬਰ ਦਾ ਬੰਨ੍ਹ ਟੁੱਟਿਆ ਸੀ। ਮੈਂ 20 ਵੇਖਿਆ ਤੇਰੇ ਵਰਗੇ। ਮੇਲੇ 'ਚ ਮੈਂ ਸ਼ੌਕੀਆ ਕੰਮ ਕਰਦਾ ਹੈ। ਮੇਰੀ ਤਨਖਾਹ 'ਤੇ ਮੇਰਾ ਪਰਿਵਾਰ ਨਹੀਂ ਪਲਦਾ। ਬਥੇਰੀ ਜ਼ਮੀਨ ਜਾਇਦਾਦ ਆ ਸਾਡੇ ਕੋਲ। ਬਿੱਲੂ ਉੱਠ ਕੇ ਖੜ੍ਹਾ ਹੋ ਗਿਆ। ਸਾਰੀਆਂ ਕੁੜੀਆਂ ਕੰਮ ਰੋਕ ਇੱਧਰ ਹੀ ਵੇਖਣ ਲੱਗ ਪਈਆਂ। ਇਸ ਖਾਤੇ 'ਚ ਦਿਨ ਦੀ ਸ਼ਿਫਟ 'ਚ ਜ਼ਿਆਦਾਤਰ ਕੁੜੀਆਂ ਹੀ ਹੁੰਦੀਆਂ ਸੀ। ਮਸਤੀ ਮਾਰਨ ਵਾਲੀਆਂ ਕੁੜੀਆਂ ਨੂੰ ਛੱਡ ਬਾਕੀਆਂ ਦੇ ਦਿਲ ਦੀ ਹੋ ਰਹੀ ਸੀ। ਵੇਖ ਬਿੱਲੂ ਵੀਰ, ਸ਼ੌਕੀਆ ਕੰਮ ਕਰਨ ਵਾਸਤੇ ਹੋਰ ਬਥੇਰੇ ਕੰਮ ਆ, ਉਹ ਕਰ ਲਓ। ਦੇਸ਼ ਦੀ ਸੰਪਤੀ ਦਾ ਨੁਕਸਾਨ ਕਰਨ ਨੂੰ ਸ਼ੌਕ ਨਹੀਂ ਆਖਿਆ ਜਾ ਸਕਦਾ। ਮਿਲ ਵਰਕਰ ਦੀ ਰੋਜ਼ੀ ਰੋਟੀ ਆ, ਰੋਜ਼ੀ ਰੋਟੀ 'ਚ ਕਾਇਮ ਰਹੂ ਜੇ ਮਿਲ ਮੁਨਾਫੇ ਵੱਲ ਜਾਊ, ਗੁਰਬੰਤ ਨੇ ਆਖਿਆ। ਬਿੱਲੂ ਨੇ ਟਾਲਾ ਵੱਟਣ ਵਿੱਚ ਹੀ ਆਪਣੀ ਭਲਾਈ ਸਮਝੀ। ਸਾਰੇ ਵਰਕਰ ਆਪੋ ਆਪਣੇ ਕੰਮੀ ਲੱਗ ਗਏ। ਗੁਰਬੰਤ ਰਿੰਗ ਤੇ ਰੀਲਿੰਗ ਖਾਤੇ ਨੂੰ ਮਿਲਾ ਰਹੇ ਗੇਟ 'ਚ ਆ ਖੜਾ। ਇੱਥੋਂ 3 ਖਾਤਿਆਂ 'ਤੇ ਨਿਗਾਹ ਰੱਖੀ ਜਾ ਸਕਦੀ ਸੀ। ਉਦੋਂ ਹੀ ਡਬਲਿੰਗ ਖਾਤੇ ਵੱਲੋਂ ਇੱਕ ਵਰਕਰ ਆ ਕੇ ਉਸ ਕੋਲ ਖੜਾ। ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਆਖੋ 4 ਚੁਫੇਰੇ ਝਾਕਿਆ। ਬੋਲੋ ਜੀ। ਨਾਂ ਤਾਂ ਮੇਰਾ ਲੋਗੜੀ ਆ ਪਰ ਸਾਰੇ ਹਨੂੰਮਾਨ ਕਹਿੰਦੇ ਆ। ਮੇਰੇ ਆਖੇ ਲੱਗਦੇ ਹੋ ਤਾਂ ਆਪਣੇ ਕੰਮ ਨਾਲ ਮਤਲਬ ਰੱਖੋ। ਇਹ ਭੰਗੀ ਪੋਸਤੀ ਲੋਕ ਤੁਸਾਂ ਨੂੰ ਕਿਸੇ ਮੁਸੀਬਤ 'ਚ ਨਾ ਫਸਾ ਦੇਣ। ਤੇਰਾ ਖਾਤਾ ਕਿਹੜਾ? ਜੀ ਬਲੋ ਰੂਮ ਆ। ਲੋਗੜੀ ਨੇ ਮੋਢੇ ਜਿਹੇ ਛੰਡੇ। ਉਹ ਕਹਿਰੇ ਜਿਹੇ ਸਰੀਰ ਦਾ ਨੌਜਵਾਨ ਸੀ। ਆਪਣਾ ਖਾਤਾ ਛੱਡ ਇਸ ਬੰਨੇ ਕੀ ਲੈਣਾ ਆ? ਭੰਤ ਨੇ ਪੁੱਛਿਆ। ਮੈਂ ਜੀ ਤੁਸਾਂ ਨੂੰ ਹੀ ਮਿਲਣਾ ਸੀ। ਇਹਨਾਂ ਲੋਕਾਂ ਦੇ ਚੱਟੇ ਤਾਂ ਦਰਖਤ ਹਰੇ ਨਹੀਂ ਹੁੰਦੇ। ਤੁਸੀਂ ਸੱਟ ਫੇਟ ਨਾ ਖਾ ਬੈਠਿਆ ਜੇ। ਇਹਨਾਂ ਲੋਕਾਂ ਦੀਆਂ ਮੈਂ ਕੈਂਟੀਨ 'ਤੇ ਗੱਲਾਂ ਸੁਣਦਾ ਰਹਿਣਾ। ਕੈਂਟੀਨ ਠੇਕੇਦਾਰ ਨਾਲ ਤੁਸਾਂ ਦੀ ਕੋਈ ਗੱਲ ਹੋਈ ਹੋਊ, ਉਹ ਵੀ ਇਹਨਾਂ ਨੂੰ ਉਂਗਲਾਂ ਲਾਉਂਦਾ, ਹਨੂੰਮਾਨ ਨੇ ਦੱਸਿਆ। ਧੰਨਵਾਦ। ਚੱਲਦਾ।